अस्सलाम वालेकुम शानी जट वीलॉग ऑफिशियल चैनल ਵਿੱਚ ਤੁਹਾਨੂੰ ਸਭ ਨੂੰ ਬਹੁਤ ਬਹੁਤ ਖੁਸ਼ ਆਮਦੀਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਬਾਦੋ ਅੱਲਾਹ ਪਾਕ ਤੁਹਾਨੂੰ ਸਭ ਨੂੰ ਆਪਣੀ ਜ਼ਮਾਨ ਦੇ ਵਿੱਚ ਰੱਖੇ ਆਮੀਨ। ਮੇਰੇ ਉਹ ਦੋਸਤ ਮੇਰੇ ਉਹ ਭਰਾ ਜਿਹੜੇ ਅੱਜ ਪਹਿਲੀ ਵਾਰੀ ਮੇਰੇ ਚੈਨਲ ਦੀ ਆਏ ਨੇ ਉਹਨਾਂ ਕੋਲ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਦਬਾਓ ਤਾਂ ਕਿ ਮੇਰਾ ਵੀਲੌਗ बर वक्त ਤੁਹਾਡੇ ਤੱਕ ਪਹੁੰਚੇ ਤੇ ਕੋਸ਼ਿਸ਼ ਕਰੋ ਮੇਰਾ ਵੀਲੌਗ ਆਖਿਰ ਤੱਕ ਜ਼ਰੂਰ ਦੇਖਿਆ ਕਰੋ। ਜਨਾਬ ਬੰਨੂ ਦੇ ਵਿੱਚ ਦਹਿਸ਼ਤਗਰਦੀ ਦਾ ਇੱਕ ਹਮਲਾ ਹੋਇਆ ਤੇ ਸਾਡਾ ਇੱਕ ਜਵਾਨ ਇੱਕ ਸ਼ਹਿਰੀ ਉਹਨੇ ਜਾਮੇ ਸ਼ਹਾਦਤ ਨੋਸ਼ ਕੀਤੀ ਹੈ। ਇਹਦੇ ਉੱਤੇ ਗੱਲ ਕਰਾਂਗੇ। ਫਿਰ ਇੱਕ ਹੋਰ ਖਬਰ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਬੰਨੂ ਦੇ ਵਾਲੇ ਨਾਲ ਕਿ ਇੱਕ ਔਰਤ ਨੂੰ ਜਿਹੜਾ ਨਾ ਉਹ ਚੋਰੀ ਦੇ ਇਲਜ਼ਾਮ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕੀਤਾ। ਇਹਦੀ ਕੀ ਕਹਾਣੀ ਇਹ ਵੀ ਤੁਹਾਡੇ ਅੱਗੇ ਪੇਸ਼ ਕਰਾਂਗੇ। ਫਿਰ ਜਨਾਬੀ ਆਲੀ ਤੁਹਾਡੇ ਅੱਗੇ ਇੱਕ ਹੋਰ ਖਬਰ ਰੱਖਾਂਗੇ ਕਿ KPK ਦੇ ਵਿੱਚ ਜਿਹੜਾ ਹੈਗਾ ਨਾ ਜਿਹੜੀ ਸਾਡੀ ਹਕੂਮਤ ਹੈਗੀ ਹੈ ਉਹ ਆਪਣੇ ਜਿਹੜੀ ਸਾਡੇ ਸ਼ੋਧਾ ਨੇ ਉਹਨਾਂ ਨੂੰ ਜਿਹੜਾ ਨਾ ਇੰਨੀ ਪੇਸ਼ਰਾਈ ਕਿਉਂ ਨਹੀਂ ਦੇ ਰਹੇ ਨੇ, ਉਹਨਾਂ ਦੀ ਜਿਹੜਾ ਨਾ ਜਨਾਜ਼ੇ ਦੇ ਉੱਤੇ ਸ਼ਿਰਕਤ ਕਿਉਂ ਨਹੀਂ ਕਰ ਰਹੇ, ਇਹਦੀ ਵਿੱਚ ਕੀ ਕਹਾਣੀ ਹੈ ਇਹ ਵੀ ਤੁਹਾਨੂੰ ਅਸੀਂ ਦੱਸਾਂਗੇ। ਸਭ ਤੋਂ ਪਹਿਲੇ ਜਨਾਬ ਅਸੀਂ ਤੁਹਾਨੂੰ ਦੱਸਦੇ ਹਾਂ ਬੰਨੂ ਦੇ ਵਿੱਚ ਇੱਕ ਜਿਹੜਾ ਨਾ ਦਹਿਸ਼ਤਗਰਦੀ ਦਾ ਹਮਲਾ ਹੋਇਆ। ਫਿਤਨਾਤੁਲ ਖਵਾਰਿਜ ਨੇ ਜਿਹੜਾ ਜਨਾਬ ਇਸ ਹਮਲੇ ਨੂੰ ਜਿਹੜਾ ਨਾ ਕਬੂਲ ਕੀਤਾ ਤੇ ਉਹਦੇ ਵਿੱਚ ਜਨਾਬ ਸਾਡੇ ਜਿਹੜੇ 15 ਪੁਲਿਸ ਦੇ ਅਫਸਰ ਹੈਗੇ ਸਨ, ਜਵਾਨ ਸਨ, ਉਹ ਸ਼ਹੀਦ ਹੋ ਗਏ ਨੇ। ਤੇ ਇਹ ਜਨਾਬ ਰਾਤ ਦੀ ਤਰੀਕੇ ਦੇ ਵਿੱਚ ਉਹਨਾਂ ਨੇ ਹਮਲਾ ਕੀਤਾ ਤੇ ਉਸ ਟਾਈਮ ਸਾਡੇ ਜਿਹੜੇ ਜਵਾਨ ਸਨ ਉਹ ਆਰਾਮ ਫਰਮਾ ਰਹੇ ਸਨ, ਲੇਕਿਨ ਜੂੰ ਹੀ ਇਹ ਧਮਾਕੇ ਹੋਏ ਨੇ ਹਮਲਾ ਹੋਇਆ ਸਾਡੇ ਜਵਾਨ ਜਿਹੜੇ ਸਨ ਉਹਨਾਂ ਨੇ ਭਰਪੂਰ ਉਹਨਾਂ ਦਾ ਹਮਲਾ ਕੀਤਾ। ਜਿਹੜੇ ਸ਼ਹੀਦ ਹੋਏ ਨੇ ਇਹਨਾਂ ਨੇ ਹੀ ਹਮਲਾ ਜਿਹੜਾ ਨਾ ਉਹਨਾਂ ਦਾ ਮੁਕਾਬਲਾ ਡਟ ਕੇ ਕੀਤਾ ਤੇ ਕਈ ਫਿਤਨਾਤੁਲ ਖਵਾਰਿਜ ਜਿਹੜੇ ਸਨ ਉਹਨਾਂ ਨੂੰ ਜਹੰਨਮ ਹਾਸਿਲ ਕੀਤਾ, ਲੇਕਿਨ ਉਹ ਮੁਕਾਬਲਾ ਕਰਦੇ ਕਰਦੇ ਸਾਰੇ 15 ਜਵਾਨ ਜਿਹੜੇ ਸਨ ਇਹਨਾਂ ਨੇ ਵੀ ਸ਼ਹਾਦਤ ਜਿਹੜੀ ਸੀ ਨਾ ਉਹ ਹਾਸਿਲ ਕੀਤੀ। ਜਨਾਬੀ ਅਲੀ ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਸਾਡੇ ਜਵਾਨ ਜਿਹੜੇ ਨੇ ਉਹ ਦਿਨ ਬ ਦਿਨ ਜਿਹੜੇ ਨੇ ਨਾ ਉਹ ਸ਼ਹੀਦ ਹੁੰਦੇ ਜਾ ਰਹੇ ਨੇ। ਇਹਦੀ ਜ਼ਿੰਮੇਵਾਰੀ ਕਿਹਦੇ ਉੱਤੇ ਆਇਦ ਹੋ ਰਹੀ? ਡੈਫੀਨੇਟਲੀ ਇਹਦੀ ਜ਼ਿੰਮੇਵਾਰੀ ਹੋ ਰਹੀ ਹੈ ਉਧਰ ਦੀ ਹੁਕੂਮਤ ਦੇ ਉੱਤੇ, ਜਿਹੜੀ KPK ਦੀ ਹੁਕੂਮਤ ਹੈ, ਜਿਹੜਾ ਵਜ਼ੀਰ ਆਲਾ ਸੁਹੇਲ ਅਫਰੀਦੀ ਹੈ ਤੇ ਸੁਹੇਲ ਅਫਰੀਦੀ ਆਪ ਇਹ ਹਮਲੇ ਕਰਵਾ ਰਿਹਾ ਕਿਉਂਕਿ ਉਹ ਆਪ ਜਿਹੜਾ ਨਾ ਇਹਨਾਂ ਦੇ ਨਾਲ ਮਿਲਿਆ ਹੋਇਆ ਤੇ ਆਪਣੇ ਹਮਲੇ ਕਰਵਾ ਰਿਹਾ ਜੇ। ਤੇ ਦੇਖ ਲਓ ਕਿ ਕਿਸੇ ਵੀ ਆਫਿਸਰ ਦੇ ਜਨਾਜ਼ੇ 'ਤੇ ਉਹਨੇ ਸ਼ਿਰਕਤ ਨਹੀਂ ਕੀਤੀ ਜੇ, ਠੀਕ ਹੈ। ਤੇ ਤੁਸੀਂ ਇਹ ਦੇਖੋ ਕਿ ਇੱਕ ਹੋਰ ਸਾਡੇ ਸ਼ਹਿਰੀ ਹੈਗਾ ਤੇ ਉਹਨੇ ਵੀ ਆਪਣੀ ਜਾਨ ਦਾ ਨਜ਼ਰਾਨਾ ਪੇਸ਼ ਕੀਤਾ। ਉਹ ਹੋਇਆ ਇਸ ਤਰ੍ਹਾਂ ਕਿ ਉਹਨੂੰ ਇੱਕ ਮੁਸ਼ਤਬਾ ਸ਼ਖਸ ਨਜ਼ਰ ਆਇਆ ਕਿ ਜਿਹੜਾ ਕਿ ਇੱਕ ਵਾਦੀ ਦੇ ਵਿੱਚ ਵੜ ਰਿਹਾ ਸੀ ਤੇ ਉਹ ਬਿਲਕੁਲ ਹੀ ਜਿਹੜਾ ਸੀ ਨਾ ਅਜੀਬੋ ਗਰੀਬ ਹਰਕਤਾਂ ਕਰ ਰਿਹਾ ਸੀ। ਤੇ ਜਦੋਂ ਸ਼ਹਿਰੀ ਨੇ ਨੋਟ ਕੀਤਾ ਕਿ ਇਹਦੇ ਕੋਲ ਕੁਛ ਐਸੇ ਮਵਾਦ ਹੈ ਨੇ ਕਿ ਜਿਹੜਾ ਕਿਸੇ ਨੂੰ ਨੁਕਸਾਨ, ਉਹਨੇ ਜਾ ਕੇ ਉਹਨੂੰ ਦਬੋਚ ਲਿਆ ਤੇ ਜੂੰ ਹੀ ਉਹਨੂੰ ਦਬੋਚਿਆ ਉਹਨੇ ਧਮਾਕੇ ਦੇ ਨਾਲ ਜਿਹੜਾ ਸੀ ਨਾ ਆਪਣੇ ਆਪ ਨੂੰ ਉਡਾ ਲਿਆ ਤੇ ਨਾਲ ਉਹ ਸ਼ਾਇਰੀ ਵੀ ਜਿਹੜਾ ਸੀ ਉਹ ਵੀ ਸ਼ਹੀਦ ਹੋ ਗਿਆ। ਇੱਕ ਜਹੰਨਮ ਦੇ ਵਿੱਚ ਚਲਾ ਗਿਆ ਤੇ ਇੱਕ ਜੰਨਤ ਦੇ ਵਿੱਚ ਚਲਾ ਗਿਆ। ਇਸ ਤਰ੍ਹਾਂ ਦੇ ਬਹਾਦਰ ਲੋਕਾਂ ਦੀ ਵਜ੍ਹਾ ਦੇ ਨਾਲ ਨਾ ਸਾਡਾ ਮੁਲਕ ਕਾਇਮ ਦਾਇਮ ਹੈਗਾ। ਤੁਹਾਨੂੰ ਯਾਦ ਹੋਏਗਾ ਕਿ ਇੱਕ ਬੱਚਾ ਅੱਜ ਤੋਂ 12-13 ਸਾਲ ਪਹਿਲੇ ਇੱਕ ਬੱਚਾ ਇਤਜ਼ਾਜ਼ ਹਸਨ ਉਹਨੇ ਵੀ ਇੱਕ ਇਸੇ ਤਰ੍ਹਾਂ ਦੇ ਦਹਿਸ਼ਤਗਰਦ ਨੂੰ ਫੜਿਆ ਜਿਹੜਾ ਕਿ ਸਕੂਲ ਦੇ ਵਿੱਚ ਜਾ ਰਿਹਾ ਸੀ ਤੇ ਸਕੂਲ ਨੂੰ ਉਡਾਉਣ ਤੇ ਉਹਨੇ ਉਹਨੂੰ ਫੜ ਕੇ ਤੇ ਜਹੰਨਮ ਹਾਸਿਲ ਕਰ ਦਿੱਤਾ, ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ, ਲੇਕਿਨ ਸਕੂਲ ਦੇ ਕਈ 100 ਜਿਹੜੇ ਸਨ ਤਲਬਾ ਤੇ ਤਾਲਬਾਤ ਉਹਨਾਂ ਨੂੰ ਜਿਹੜਾ ਸੀ ਉਹਨੇ ਬਚਾ ਲਿਆ। ਤੇ ਇਹੋ ਜਿਹੇ ਜਵਾਨਾਂ ਦੀ ਵਜ੍ਹਾ ਨਾਲ ਹੀ ਸਾਡਾ ਮੁਲਕ ਜਿਹੜਾ ਨਾ ਕਾਇਮ ਦਾਇਮ ਹੈ ਤੇ ਇਹਨਾਂ ਦੀ ਮਿਸਾਲਾਂ ਜਿਹੜਾ ਨੇ ਨਾ ਉਹ ਕਿਤਾਬਾਂ ਦੇ ਵਿੱਚ ਲਿਖੀਆਂ ਜਾਂਦੀਆਂ ਨੇ ਤੇ ਪੜ੍ਹੀ ਜਾਂਦੀਆਂ ਨੇ ਤੇ ਪੜ੍ਹਾਈ ਜਾਂਦੀਆਂ ਨੇ। ਲੇਕਿਨ ਮੇਰਾ ਸਵਾਲ ਹੈਗਾ ਕਿ ਕਦੋਂ ਤੱਕ ਯਾਨੀ ਕਿ ਕਦੋਂ ਤੱਕ ਜਿਹੜਾ ਨਾ ਕਿ KPK ਦੇ ਜਿਹੜੇ ਲੋਕ ਨੇ ਉਹ ਇਸੇ ਤਰ੍ਹਾਂ ਦਹਿਸ਼ਤਗਰਦੀ ਦਾ ਸ਼ਿਕਾਰ ਹੁੰਦੇ ਰਹਿਣਗੇ। ਪੰਜਾਬ ਦੇ ਵਿੱਚ ਵੀ ਇੱਕ ਦਹਿਸ਼ਤਗਰਦੀ ਦਾ ਵਾਕਿਆ ਹੋਇਆ ਜਿਹਦੇ ਵਿੱਚ ਜਿਹੜੇ MP ਹੈਗੇ ਨੇ ਮੁਸਲਿਮ ਲੀਗ ਨੂਨ ਦੇ, ਉਹਨਾਂ ਦੇ ਡੇਰੇ ਦੇ ਉੱਤੇ ਹਮਲਾ ਕਰਕੇ ਤੇ ਉਹਨਾਂ ਦੇ ਕਈ ਸਾਥੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਜਿਹੜੇ MP ਸਨ ਉਹ ਵੀ ਬਹੁਤ ਸ਼ਦੀਦ ਜ਼ਖਮੀ ਹੋ ਗਏ ਨੇ। ਉਹਨਾਂ ਦੀ ਹਾਲਤ ਵੀ ਜਿਹੜੀਆਂ ਤਸ਼ਵੀਸ਼ਨਾਕ ਦੱਸੀ ਜਾ ਰਹੀ ਹੈ। ਸਾਡੀ ਦੁਆ ਅੱਲਾਹ ਤਾਲਾ ਉਹਨਾਂ ਨੂੰ ਸਿਹਤ ਤੰਦਰੁਸਤੀ ਵਾਲੀ ਜ਼ਿੰਦਗੀ ਦੇ। ਯਾਨੀ ਕਿ ਤੁਸੀਂ ਦੇਖੋ ਕਿ ਫਿਤਨਾਤੁਲ ਖਵਾਰਿਜ ਨੇ ਆਪਣੇ ਹਮਲੇ ਤੇਜ਼ ਕਰ ਦਿੱਤੇ ਨੇ ਤੇ ਇਹ ਬਾਜ਼ ਨਹੀਂ ਆ ਰਹੇ ਹੈਗੇ। ਫਿਰ ਜਦੋਂ ਸਾਡੀ ਫੌਜ ਜਿਹੜੀ ਨਾ ਉਹ ਆਪਣਾ ਰਿਟੇਲੀਏਟ ਕਰਦੀ ਹੈ ਤੇ ਫਿਰ ਆਪਣਾ ਇੰਤਕਾਮੀ ਕਾਰਵਾਈਆਂ ਕਰਦੀ ਹੈ ਤੇ ਫਿਰ ਉਹਨਾਂ ਨੂੰ ਉਹਨਾਂ ਦਾ ਘਰ ਵੜ ਕੇ ਮਾਰਦੀ ਹੈ ਤੇ ਫਿਰ ਇਹ ਰੋਣਾ ਪਿੱਟਣਾ ਪਾ ਲੈਂਦੇ ਨੇ। ਕਦੀ ਸਾਊਦੀ ਅਰਬ ਜਾਂਦੇ ਨੇ, ਕਦੀ ਚਾਈਨਾ ਜਾਂਦੇ ਨੇ, ਕਦੀ ਕਤਰ ਜਾਂਦੇ ਨੇ, ਕਦੀ ਕਿੱਥੇ ਜਾਂਦੇ ਨੇ, ਕਦੀ ਰਸ਼ੀਆ ਜਾਂਦੇ ਨੇ ਕਿ ਜੀ ਸਾਨੂੰ ਬਚਾਓ, ਸਾਨੂੰ ਪਾਕਿਸਤਾਨ ਮਾਰਦੇ ਆ, ਸਾਡੀਆਂ ਉਹਨਾਂ ਨੇ ਜਿਹੜੀਆਂ ਸੇ ਨਸਲਾਂ ਜਿਹੜੀਆਂ ਨੇ ਤਬਾਹ ਕਰ ਦਿੱਤੀਆਂ, ਇਹ ਕਰ ਦਿੱਤਾ ਉਹ ਕਰ ਦਿੱਤਾ। ਲੇਕਿਨ ਦੇਰ ਉਹ ਬਾਅਦ ਫੇਰ ਨਹੀਂ ਆਉਂਦੇ, ਜ਼ਰਾ ਇੰਡੀਆ ਹੱਲਾਸ਼ੇਰੀ ਦਿੰਦਾ ਫੇਰ ਸ਼ੁਰੂ ਹੋ ਜਾਂਦੇ ਨੇ। ਤੇ ਇਹ ਸਾਰਾ ਕੰਮ ਜਿਹੜਾ ਨਾ ਫਿਤਨਾਤੁਲ ਖਵਾਰਿਜ ਜਿਹੜਾ ਨਾ ਅਫਗਾਨਿਸਤਾਨ ਦੇ ਵਿੱਚ ਬੈਠ ਕੇ ਕਰ ਰਹੇ ਨੇ, ਲੇਕਿਨ ਅਫਗਾਨਿਸਤਾਨ ਵਾਲੇ ਜਿਹੜੇ ਨੇ ਇਹਨਾਂ ਨੂੰ ਜਿਹੜਾ ਨਾ ਰੋਕ ਨਹੀਂ ਰਹੇ ਨੇ ਤੇ ਦਹਿਸ਼ਤਗਰਦੀ ਦੇ ਵਾਕਿਆ ਜਿਹੜੇ ਨੇ ਨਾ ਉਹ ਹੁਣ ਵਧਣੇ ਸ਼ੁਰੂ ਹੋ ਗਏ ਨੇ। ਪਾਕ ਫੌਜ ਜਿਹੜੀ ਹੈ ਜਨਾਬ ਉਹਨਾਂ ਨੇ ਸਿਰ ਜੋੜ ਕੇ ਬੈਠ ਗਏ ਨੇ ਤੇ ਹੁਣ ਉਹ ਇੱਕ ਦੋ ਦਿਨਾਂ ਤੱਕ ਜਿਹੜੇ ਨਾ ਕੋਈ ਜਿਹੜੇ ਨੇ ਭਰਪੂਰ ਕਾਰਵਾਈ ਕਰਦੇ ਹੋਏ ਤੁਹਾਨੂੰ ਨਜ਼ਰ ਆਉਣਗੇ। ਇਹਨਾਂ ਨੂੰ ਐਸੇ ਜਵਾਬ ਦੇਣਗੇ
ਕਿ ਫਿਰ ਇਨਸ਼ਾਅੱਲਾ ਤਾਲਾ ਜਿਹੜਾ ਨਾ ਇਹਨਾਂ ਦੀ ਹੁਣ ਜਿਹੜਾ ਨਾ ਉਹ ਮੰਜੀ ਪੂਰੀ ਠੋਕ ਕੇ ਆਉਣਗੇ। ਜਿੱਥੋਂ ਤੱਕ ਮੈਨੂੰ ਸੁਣਾਈ ਦਿੱਤਾ ਹੈ, ਜਿੱਥੋਂ ਤੱਕ ਮੈਨੂੰ ਪਤਾ ਲੱਗਿਆ, ਜਿੱਥੋਂ ਤੱਕ ਮੇਰੇ ਕੋਲ ਰਿਪੋਰਟ ਆਈ ਹੈ ਕਿ ਜਿਹੜੇ ਸਾਡੇ ਅਫਸਰ ਹੈਗੇ ਨੇ ਵੱਡੇ ਯਾਨੀ ਕਿ ਆਰਮੀ ਚੀਫ ਸਾਹਿਬ, ਉਹਨਾਂ ਨੇ ਜਿਹੜਾ ਨਾ ਇੱਕ ਬੜਾ ਹੀ ਅਹਿਮ ਇੱਕ ਮੀਟਿੰਗ ਬੁਲਾਈ ਹੈ ਇਹਦੇ ਵਾਲੇ ਨਾਲ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਨਾ ਤੁਹਾਨੂੰ ਇਹਦੇ ਰਿਜ਼ਲਟ ਜਿਹੜੇ ਨਾ ਉਹ ਨਿਕਲਦੇ ਹੋਏ ਨਜ਼ਰ ਆਉਣਗੇ। ਜਨਾਬ ਅਲੀ ਬੰਨੂ ਦੇ ਵਿੱਚ ਇੱਕ ਹੋਰ ਵਾਕਿਆ ਹੋਇਆ। ਇੱਕ ਔਰਤ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਕੋਰਟ ਦੇ ਵਿੱਚ ਜਦੋਂ ਪੇਸ਼ ਕੀਤਾ ਗਿਆ ਜੱਜ ਦੇ ਸਾਹਮਣੇ, ਜੱਜ ਨੇ ਪੁੱਛਿਆ ਕਿ ਬਈ ਇਸ ਔਰਤ ਦਾ ਕੀ ਗੁਨਾਹ, ਕੀ ਗਲਤੀ ਹੈ। ਅਤੇ ਉਹਨਾਂ ਨੇ ਕਿਹਾ ਜੀ, ਪੁਲਿਸ ਵਾਲਾ SHO ਹੈਗਾ ਸੀ, ਅਤੇ ਉਹਨੇ ਕਿਹਾ ਜੀ ਕਿ ਇਹਦੀ ਗਲਤੀ ਹੈ ਕਿ ਇਹਨੇ ਰੋਟੀ ਚੋਰੀ ਕੀਤੀ ਹੈ। ਅਤੇ ਜੱਜ ਸਾਹਿਬ ਨੇ ਕਿਹਾ ਕੀ ਚੋਰੀ ਕੀਤਾ, ਅਤੇ SHO ਨੇ ਕਿਹਾ ਜੀ ਇਹਨੇ ਰੋਟੀ ਚੋਰੀ ਕੀਤੀ ਹੈ। ਅਤੇ ਜੱਜ ਨੂੰ ਜ਼ਰਾ ਸੀ ਥੋੜ੍ਹਾ ਜਿਹਾ ਹੈਰਾਨ ਹੋਈ ਕਿ ਇੱਕ ਰੋਟੀ ਚੋਰੀ ਕਰਨ 'ਤੇ ਉਹਨੂੰ ਅਰੈਸਟ ਕਰਕੇ ਇੱਥੇ ਲੈਣ। ਉਹਨਾਂ ਨੇ ਫਿਰ ਔਰਤ ਕੋਲੋਂ ਪੁੱਛਿਆ ਕਿ ਬਈ ਕੀ ਗੱਲ ਹੈ, ਤੈਨੂੰ ਕਿ ਤੂੰ ਰੋਟੀ ਕਿਉਂ ਚੋਰੀ ਕੀਤੀ ਹੈ। ਅਤੇ ਫਿਰ ਉਸ ਔਰਤ ਨੇ ਕਿਹਾ ਕਿ ਜਨਾਬ ਮੇਰਾ ਸ਼ੌਹਰ ਜਿਹੜਾ ਸੀ ਉਹ ਜਿਹੜਾ ਉਹ ਵਫਾਤ ਪਾ ਗਿਆ, ਅਤੇ ਮੇਰੇ ਘਰ ਕੋਈ ਵੀ ਨਹੀਂ ਹੈਗਾ ਕਿ ਜਿਹੜਾ ਮੇਰੇ 3 ਬੱਚੇ ਨੇ ਉਹਨਾਂ ਦੀ ਕਫਾਲਤ ਕਰ ਸਕੇ, ਅਤੇ ਉਹਨਾਂ ਦੀ ਭੁੱਖ ਮੇਰੇ ਕੋਲ ਵੇਖੀ ਨਹੀਂ ਜਾ ਰਹੀ ਸੀ, ਅਤੇ ਮਜਬੂਰਨ ਮੈਨੂੰ ਜਿਹੜਾ ਸੀ ਨਾ ਰੋਟੀ ਚੋਰੀ ਕਰਨੀ ਪੈ ਗਈ, ਅਤੇ ਮੈਂ ਸਿਰਫ ਆਪਣੇ ਬੱਚਿਆਂ ਵਾਸਤੇ ਚੋਰੀ ਕੀਤੀ। ਜਨਾਬ ਉਸ ਜੱਜ ਨੇ ਜਿਹੜਾ ਸੀ ਨਾ ਆਫਰੀਨ ਹੈ ਉਸ ਜੱਜ 'ਤੇ ਕਿ ਉਹਨੇ ਜਨਾਬ ਜਿਸ ਦੁਕਾਨਦਾਰ ਨੇ ਉਹਨੂੰ ਅਰੈਸਟ ਕਰਾਇਆ, ਉਹਨੂੰ ਜੱਜ ਨੇ ਜਿਹੜਾ ਸੀ ਉਹਨੂੰ ਗ੍ਰਿਫਤਾਰ ਕਰਵਾਇਆ, ਉਹਨੂੰ 5 ਸਾਲ ਵਾਸਤੇ ਅੰਦਰ ਕਰ ਦਿੱਤਾ। SHO ਨੂੰ ਜਿਹੜਾ ਸੀ ਮੁਅੱਤਲ ਕਰ ਦਿੱਤਾ, ਅਤੇ ਉੱਧਰ ਦਾ ਜਿਹੜਾ ਸੀ DPO ਉਹਨੂੰ ਵੀ ਮੁਅੱਤਲ ਕਰ ਦਿੱਤਾ, ਅਤੇ ਬਾਕਾਇਦਾ ਹੁਕੂਮਤ ਦੇ ਬੰਦੇ ਨੂੰ ਬੁਲਾ ਕੇ ਅਤੇ ਉਹਨੂੰ ਡਿੱਕਿਆ ਕਿ ਇਸ ਔਰਤ ਦੀ ਅਤੇ ਇਸ ਬੱਚੇ ਦੀ ਜਿਹੜੀ ਹੈ ਨਾ ਹੁਕੂਮਤ ਜਿਹੜੀ ਹੈ ਸਰਕਾਰੀ ਖਰਚੇ ਤੋਂ ਕਫਾਲਤ ਕਰੇਗੀ। ਉਹਨਾਂ ਦੇ ਤਾਲੀਮ ਦੀ, ਸਿਹਤ ਦੀ ਅਤੇ ਖਾਣ ਪੀਣ ਦੀ ਜ਼ਿੰਮੇਦਾਰੀ ਜਿਹੜੀ ਨਾ ਉਹ ਹੁਕੂਮਤ ਦੇ ਉੱਤੇ ਲਾ ਦਿੱਤੀ। ਇਹ ਦੇਖੋ ਇਹ ਹਾਲ ਹੋ ਰਿਹਾ KPK ਦੇ ਵਿੱਚ, ਅਤੇ ਕਹਿੰਦੇ ਨੇ ਕਿ ਜੀ KPK ਦੇ ਵਿੱਚ ਦੁੱਧ ਅਤੇ ਸ਼ਹਿਦ ਦੀਆਂ ਨਹਿਰਾਂ ਬਹਿ ਰਹੀਆਂ ਨੇ, ਅਤੇ ਹਾਲ ਹੈ ਵੇ, ਅਤੇ ਉਹਨਾਂ ਨੂੰ ਸਿਰਫ ਇਹੀ ਪਿਆ ਇਹ ਜਿਹੜੀ PTI ਹੈ ਕਿ ਇਮਰਾਨ ਖਾਨ, ਬਾਕੀ ਉਹਨਾਂ ਨੂੰ ਲੋਕਾਂ ਦੇ ਨਾਲ ਕੋਈ ਗਰਜ਼ ਨਹੀਂ ਹੈ। ਅਤੇ ਸ਼ਫੀਕ ਜਾਨ ਜੈਸੇ ਲੋਕ ਕਹਿੰਦੇ ਨੇ ਕਿ ਜੀ ਲੋਕਾਂ ਨੇ ਸਾਨੂੰ ਵੋਟ ਸਿਰਫ ਇਮਰਾਨ ਖਾਨ ਦੀ ਰਿਹਾਈ ਵਾਸਤੇ ਦਿੱਤਾ ਹੈ, ਹਾਲਾਂਕਿ ਕਿੱਡਾ ਝੂਠ ਬੋਲਦਾ। ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ। ਸੱਚਾਈ ਸਿਰਫ ਇਹ ਹੈਗੀ ਹੈ ਕਿ ਉਹ ਜਿਹੜੇ ਲੋਕ ਨੇ ਉਹਨਾਂ ਨੇ ਇਹਨਾਂ ਨੂੰ ਵੋਟ ਦਿੱਤਾ ਕਾਰਕਰਦਗੀ ਵਿਖਾਉਣ ਵਾਸਤੇ ਕਿ ਸਾਨੂੰ ਸਹੂਲਤ ਦਿਓ, ਲੇਕਿਨ ਤੁਸੀਂ ਆਮ ਲੋਕਾਂ ਨੂੰ ਕੋਈ ਸਹੂਲਤ ਨਹੀਂ ਦੇ ਰਹੇ ਹੋ। ਉੱਥੇ ਭੁੱਖ ਨੰਗ ਇੰਨੀ ਹੋ ਗਈ ਹੈ ਕਿ ਹਰ ਦੂਸਰੇ ਦਿਨ ਤੁਹਾਨੂੰ ਜਿਹੜਾ ਨਾ ਉਹ ਵਾਫੜ ਯਾਨੀ ਕਿ ਮਿਕਦਾਰ ਦੇ ਵਿੱਚ ਲਾਤਦਾਦ ਜਿਹਨੇ ਨੇ ਨਾ ਉਹ ਮਾਈਗ੍ਰੇਟ ਕਰ ਰਹੇ ਨੇ, ਹਿਜਰਤ ਕਰਕੇ, ਕੋਈ ਕਰਾਚੀ ਜਾ ਰਿਹਾ, ਕੋਈ ਲਾਹੌਰ ਜਾ ਰਿਹਾ, ਅਤੇ ਕੋਈ ਕਿੱਥੇ ਜਾ ਰਿਹਾ, ਕੋਈ ਕਿੱਥੇ ਜਾ ਰਿਹਾ। ਲੇਕਿਨ KPK ਤੋਂ ਸਾਰੇ ਦੌੜਦੇ ਪਏ ਨੇ ਕਿਉਂਕਿ KPK ਦੇ ਹਾਲਾਤ ਜਿਹੜੇ ਨੇ ਨਾ ਉਹ ਬਹੁਤ ਜ਼ਿਆਦਾ ਖ਼ਰਾਬ ਹੋ ਗਏ ਨੇ। ਅਤੇ ਜਨਾਬ ਸੁਹੇਲ ਅਫਰੀਦੀ ਦੀ ਹੁਕੂਮਤ ਜਿਹੜੀ ਨਾ ਉਹ ਬਿਲਕੁਲ ਹੀ ਜਿਹੜੀ ਨਾ ਉਹ ਫਲੋਪ ਹੋ ਗਈ ਹੈ। ਯਾਨੀ ਕਿ 13 ਸਾਲ ਹੋ ਗਏ ਨੇ ਇਹ ਹੁਕੂਮਤ ਕਰਦੇ ਨੇ, ਅਤੇ 13 ਸਾਲਾਂ ਦੇ ਵਿੱਚ ਇਹਨਾਂ ਨੇ ਆਪਣੇ ਸੂਬੇ ਨੂੰ ਜਿਹੜਾ ਨਾ ਕੰਗਾਲ ਕਰ ਦਿੱਤਾ। ਇਹ ਹਾਲਾਤ ਹੈਗੇ ਨੇ। ਬਹਰਹਾਲ ਮੈਂ ਤੇ ਅਫਸੋਸ ਦਾ ਇਜ਼ਹਾਰ ਕਰ ਸਕਦਾ, ਲੇਕਿਨ ਆਫਰੀਨ ਹੈ ਉਸ ਜੱਜ ਦੇ ਉੱਤੇ ਕਿ ਉਹਨੇ ਔਰਤ ਨੂੰ ਇਨਸਾਫ ਦਿਲਵਾਇਆ, ਅਤੇ ਔਰਤ ਦੀ ਜਿਹੜੀ ਨਾ ਉਹਦੇ ਬੱਚੇ ਦੀ ਕਫਾਲਤ ਹੁਕੂਮਤ ਦੇ ਜ਼ਿੰਮੇ ਸੁੱਟ ਦਿੱਤੀ। ਅਤੇ ਉਹਨੇ ਕਿਹਾ ਜੱਜ ਨੇ ਕਿ ਮੈਂ ਇਹਦਾ ਪਰਸਨਲੀ ਜਿਹੜਾ ਨਾ ਜ਼ਾਤੀ ਤੌਰ 'ਤੇ ਇਹਦਾ ਮੈਂ ਮੁਆਇਨਾ ਕਰਦਾ ਰਹਾਂਗਾ ਕਿ ਆਇਆ ਕਿ ਔਰਤ ਨੂੰ ਰਿਲੀਫ ਮਿਲ ਰਿਹਾ ਕਿ ਨਹੀਂ ਮਿਲ ਰਿਹਾ। ਆਪਣਾ ਵੀਲੌਗ ਮੈਂ ਇਸ ਨਾਰੇ ਦੇ ਨਾਲ ख़त्म करना, पाकिस्तान हमेशा जिंदाबाद।